ਹੁਣ ਆਪਾਂ ਮਾਪਣ ਦੇ ਲਈ ਕੁਝ ਕਿਰਿਆਵਾਂ ਕਰਨੀਆਂ। ਉਦਾਹਰਨ ਦੇ ਤੌਰ 'ਤੇ ਪਹਿਲੀ ਕਿਰਿਆ ਆਪਣੇ ਕੋਲ ਹੈਗਾ ਕਿ ਆਪਾਂ ਇੱਕ ਕਮਰੇ ਦੀ ਲੰਬਾਈ ਅਤੇ ਚੌੜਾਈ ਮਾਪਣੀ ਹੈ। ਆਪਾਂ ਵਿਦਿਆਰਥੀਆਂ ਦਾ ਇੱਕ ਸਮੂਹ ਬਣਾ ਲਾਂਗੇ ਤਾਂ ਉਹਨਾਂ ਸਾਰਿਆਂ ਨੇ ਇੱਕ ਇੱਕ ਕਰਕੇ ਕਮਰੇ ਦੀ ਲੰਬਾਈ ਚੌੜਾਈ ਮਾਪਣੀ ਹੈ। ਪਰ ਲੰਬਾਈ ਚੌੜਾਈ ਮਾਪਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਆਪਾਂ ਆਪਣੇ ਪੈਰ ਨੂੰ ਉਸ ਲੰਬਾਈ ਜਾਂ ਚੌੜਾਈ ਦੀ ਇੱਕ ਇਕਾਈ ਦਾ ਮਾਨਕ ਮੰਨਣਾ। ਭਾਵ ਪੈਰ ਨਾਲ ਆਪਾਂ ਮਿਣਤੀ ਕਰਨੀ ਹੈ। ਪੈਰ ਪਹਿਲਾਂ ਇੱਕ ਪੈਰ ਰੱਖ ਕੇ, ਫਿਰ ਦੂਸਰਾ ਪੈਰ ਉਹਦੇ ਅੱਗੇ ਲਾ ਕੇ, ਫਿਰ ਤੀਸਰਾ ਪੈਰ, ਭਾਵ ਪੈਰ ਦੀ ਅੱਡੀ ਦੂਸਰੇ ਪੈਰ ਦੇ ਅੰਗੂਠੇ ਨਾਲ ਜਾਂ ਉਂਗਲਾਂ ਨਾਲ ਛੁਹਾਉਣੀ ਹੈ। ਜਦੋਂ ਆਪਾਂ ਕਮਰੇ ਦੀ ਲੰਬਾਈ ਜਾਂ ਚੌੜਾਈ ਮਾਪਣੀ ਹੈ ਤਾਂ ਆਪਾਂ ਇੱਕ ਸਾਰਣੀ ਬਣਾਵਾਂਗੇ ਉਹਦੇ ਲਈ। ਉਸ ਸਾਰਣੀ ਦੇ ਵਿੱਚ ਆਪਾਂ ਜਮਾਤ ਦੀ ਲੰਬਾਈ ਅਤੇ ਚੌੜਾਈ ਦੇ ਲਈ ਆਪਾਂ ਮੰਨ ਲਓ ਬਈ ਕਿੰਨੇ ਪੈਰਾਂ ਦਾ ਉਸ ਵਿੱਚ ਆਪਾਂ ਕਿੰਨੇ ਮਤਲਬ ਆਪਣੇ ਪੈਰ ਜਿਹੜੇ ਹੈਗੇ ਆ ਉਹਦੀ ਗਿਣਤੀ ਇਸ ਟੇਬਲ ਵਿੱਚ ਭਰਾਂਗੇ। ਤਾਂ ਪੈਰ ਦੀ ਲੰਬਾਈ ਜਿਹੜੀ ਮਾਪਣ ਦੇ ਲਈ ਆਪਾਂ ਡੋਰੀ ਦਾ ਉਪਯੋਗ ਕਰ ਸਕਦੇ ਹਾਂ। ਤਾਂ ਡੋਰੀ ਦੇ ਨਾਲ ਆਪਾਂ ਪੈਰ ਦੀ ਲੰਬਾਈ ਮਾਪ ਲਾਂਗੇ। ਉਹ ਡੋਰੀ ਨੂੰ ਆਪਾਂ ਫੀਤੇ ਦੇ ਨਾਲ ਇੰਚੀ ਟੇਪ ਦੇ ਨਾਲ ਪੈਰਲਲ ਕਰਕੇ ਪਤਾ ਲੱਗ ਜਾਊਗਾ ਕਿ ਆਪਣੇ ਪੈਰ ਦੀ ਲੰਬਾਈ ਕਿੰਨੀ ਹੈ। ਤਾਂ ਉਸ ਤਰ੍ਹਾਂ ਕਰਕੇ ਕਮਰੇ ਦੀ ਲੰਬਾਈ ਅਤੇ ਚੌੜਾਈ ਪਤਾ ਕੀਤੀ ਜਾ ਸਕਦੀ। ਬਾਅਦ ਦੇ ਵਿੱਚ ਆਪਾਂ ਕਿੰਨੇ ਪੈਰ ਆ ਉਹਨੂੰ ਉਸ ਲੰਬਾਈ ਦੇ ਨਾਲ ਗੁਣਾ ਕਰ ਦਾਂਗੇ ਅਤੇ ਆਪਣੇ ਕੋਲ ਕਮਰੇ ਦੀ ਲੰਬਾਈ ਅਤੇ ਚੌੜਾਈ ਆ ਜਾਏਗੀ। ਪਰ ਇਹਦੇ 'ਚ ਇੱਕ ਕਮੀ ਆ ਸਕਦੀ ਹੈ ਕਿ ਹਰ ਕਿਸੇ ਦਾ ਪੈਰ ਇੱਕੋ ਜਿਹਾ ਨਹੀਂ ਹੁੰਦਾ। ਸਾਰਿਆਂ ਦੇ ਪੈਰ ਦੀ ਲੰਬਾਈ ਜਿਹੜੀ ਆ ਅਲੱਗ-ਅਲੱਗ ਹੁੰਦੀ ਹੈ। ਤਾਂ ਕਈ ਵਾਰੀ ਪੈਰ ਦਾ ਕੁਝ ਹਿੱਸਾ ਬਚ ਵੀ ਜਾਂਦਾ ਹੈਗਾ। ਜਦੋਂ ਆਪਾਂ ਲੰਬਾਈ ਜਾਂ ਚੌੜਾਈ ਮਾਪਾਂਗੇ ਤਾਂ ਉਦੋਂ ਜਿਹੜੀ ਇਸ ਦੀ ਪ੍ਰੋਪਰ ਮੇਜਰਮੈਂਟ ਜਿਹੜੀ ਮਾਪਣ ਹੈਗਾ ਉਹ ਸਹੀ ਨਹੀਂ ਹੋਵੇਗਾ। ਇਸੇ ਤਰ੍ਹਾਂ ਇੱਕ ਹੋਰ ਕਿਰਿਆ ਹੈਗੀ ਆ, ਗਿੱਠ ਨੂੰ ਆਪਾਂ ਇੱਕ ਮਾਨਕ ਮੰਨਣਾ ਹੈਗਾ ਲੰਬਾਈ ਦਾ, ਅਤੇ ਆਪਾਂ ਕਮਰੇ ਵਿੱਚ ਰੱਖੇ ਹੋਏ ਮੇਜ਼ ਦੀ ਲੰਬਾਈ ਚੌੜਾਈ ਮਾਪਣੀ ਹੈ ਗਿੱਠ ਨਾਲ। ਪਰ ਜਦੋਂ ਗਿੱਠ ਨਾਲ ਮਾਪਾਂਗੇ ਉਵੇਂ ਹੀ ਆਪਾਂ ਵਿਦਿਆਰਥੀਆਂ ਦੇ ਕੁਝ ਸਮੂਹ ਬਣਾਵਾਂਗੇ। ਤੁਸੀਂ ਵਿਦਿਆਰਥੀ ਨਹੀਂ ਇਸ ਵੇਲੇ ਲੋਕਡਾਊਨ ਦੇ ਸਮੇਂ 'ਚ ਘਰ ਬੈਠੇ ਹੋ, ਤਾਂ ਘਰ ਦੇ ਹੋਰ ਤੁਹਾਡੇ ਭੈਣ ਭਰਾ ਜਿਹੜੇ ਆ ਤੁਸੀਂ ਉਹਨਾਂ ਦੇ ਨਾਲ ਰਲ ਕੇ ਇਹ ਕਿਰਿਆ ਕਰ ਸਕਦੇ ਆ। ਤਾਂ ਇਸ ਤਰ੍ਹਾਂ ਹੀ ਤੁਸੀਂ ਜਿਹੜੀ ਮੇਜ਼ ਦੀ ਲੰਬਾਈ ਅਤੇ ਚੌੜਾਈ ਜਿਹੜੀ ਹੈਗੀ ਆ ਉਹ ਮਾਪਣੀ ਹੈ ਅਤੇ ਉਹਦੇ ਲਈ ਕਿੰਨੀਆਂ ਗਿੱਠਾਂ ਲੱਗੀਆਂ ਉਹ ਤੁਸੀਂ ਰੱਖਣੀਆਂ। ਤਾਂ ਇਹ ਗਿੱਠਾਂ ਦਾ ਮਾਪ ਵੀ ਪੂਰੀ ਤਰ੍ਹਾਂ ਸਹੀ ਨਹੀਂ ਹੋਵੇਗਾ। ਕਿਉਂਕਿ ਕਿਸੇ ਦੀ ਗਿੱਠ ਵੱਡੀ ਹੁੰਦੀ ਹੈ ਅਤੇ ਕਿਸੇ ਦੀ ਛੋਟੀ ਹੁੰਦੀ ਹੈ। ਤਾਂ ਇਹਦੇ 'ਚ ਸਿਰਫ ਤੁਸੀਂ ਜਦੋਂ ਗਿੱਠਾਂ ਦੀ ਸੰਖਿਆ ਲਿਖੋਗੇ ਤਾਂ ਮੇਜ਼ ਦੀ ਚੌੜਾਈ ਜਿਹਨੇ ਮਾਪੀ ਇੱਥੇ ਉਹ ਵਿਦਿਆਰਥੀ ਦਾ ਨਾਂ ਜਾਂ ਪਰਿਵਾਰ ਦੇ ਮੈਂਬਰ ਦਾ ਨਾਂ ਆਊਗਾ, ਇੱਥੇ ਗਿੱਠਾਂ ਦੀ ਸੰਖਿਆ ਆ ਜੂ ਉਹਦੀ। ਤਾਂ ਇਹ ਗਿੱਠਾਂ ਦੀ ਸੰਖਿਆ ਜਿਹੜੀ ਹੈਗੀ ਹੈ, ਜਿਹੜਾ ਵੱਡਾ ਹੋਊਗਾ ਉਹਦੀਆਂ ਗਿੱਠਾਂ ਵੱਡੀਆਂ ਹੁੰਦੀਆਂ ਤਾਂ ਉਹਦੇ ਵਿੱਚ ਸੰਖਿਆ ਘੱਟ ਲਿਖੀ ਜਾਊ। ਜਿਹੜਾ ਛੋਟਾ ਹੁੰਦਾ ਉਹਦੀਆਂ ਗਿੱਠਾਂ ਜ਼ਿਆਦਾ ਲੱਗਣਗੀਆਂ, ਇੱਥੇ ਸੰਖਿਆ ਵੱਧ ਲਿਖੀ ਜਾਊ। ਤਾਂ ਇੱਥੇ ਵੀ ਆਪਣੇ ਕੋਲ ਪ੍ਰੋਬਲਮ ਆ ਗਈ। ਹੁਣ ਮਾਪਣ ਸਹੀ ਨਹੀਂ ਹੈਗਾ। ਤਾਂ ਕਹਿਣ ਤੋਂ ਭਾਵ ਨਾ ਤਾਂ ਪੈਰ ਨੂੰ ਅਤੇ ਨਾ ਹੀ ਆਪਾਂ ਗਿੱਠ ਨੂੰ ਲੰਬਾਈ ਦਾ ਇੱਕ ਸਹੀ ਮਾਪਣ ਮੰਨ ਸਕਦੇ ਹਾਂ। ਅਤੇ ਕਿਉਂਕਿ ਸਾਰਿਆਂ ਦੇ ਪੈਰ ਦੀ ਅਤੇ ਗਿੱਠ ਦੀ ਲੰਬਾਈ ਜਿਹੜੀ ਹੈਗੀ ਆ ਉਹ ਵੱਖ-ਵੱਖ ਹੁੰਦੀ ਹੈ। ਇਸ ਲਈ ਮਾਪਣ ਦੇ ਮਾਨਕ ਦੇ ਤੌਰ 'ਤੇ ਇਹਨਾਂ ਗਿੱਠਾਂ ਨੂੰ ਜਾਂ ਪੈਰਾਂ ਨੂੰ ਇੱਕ ਮਾਨਕ ਨਹੀਂ ਮੰਨਿਆ ਜਾ ਸਕਦਾ। ਤੋ ਹਾਲਾਂਕਿ ਪ੍ਰਾਚੀਨ ਕਾਲ ਦੇ ਵਿੱਚ ਜਿਹੜੇ ਸੀਗੇ ਲੋਕੀ ਪੈਰ ਦੀ ਲੰਬਾਈ ਜਾਂ ਉਂਗਲੀ ਦੀ ਚੌੜਾਈ ਜਾਂ ਇੱਕ ਕਦਮ ਦੀ ਦੂਰੀ ਇਹਨਾਂ ਚੀਜ਼ਾਂ ਨੂੰ ਮਾਨਕ ਮੰਨਦੇ ਸੀਗੇ। ਹਾਲਾਂਕਿ ਹੜੱਪਾ ਸੱਭਿਅਤਾ ਦੇ ਲੋਕ ਜਿਹੜੇ ਸੀਗੇ, ਹੜੱਪਾ ਸੱਭਿਅਤਾ ਵੇਲੇ ਵੀ ਖੁਦਾਈ ਕਰਨ ਵੇਲੇ ਜਿਹੜੀ ਕਈ ਜਿਓਮੈਟਰੀਕਲ ਰਚਨਾਵਾਂ ਮਿਲੀਆਂ ਜਿਸ ਤੋਂ ਪਤਾ ਲੱਗਦਾ ਕਿ ਉਹ ਵੀ ਲੰਬਾਈ ਨੂੰ ਜਾਂ ਚੌੜਾਈ ਨੂੰ ਮਾਪਦੇ ਸੀ। ਅਤੇ ਇਸੇ ਤਰ੍ਹਾਂ ਪ੍ਰਾਚੀਨ ਕਾਲ ਦੇ ਵਿੱਚ ਉਦੋਂ ਤੋਂ ਹੀ ਕੂਹਣੀ ਤੋਂ ਉਂਗਲੀ ਤੱਕ ਦੀ ਲੰਬਾਈ ਨੂੰ ਵੀ, ਜਿਸ ਨੂੰ ਹੱਥ ਕਹਿੰਦੇ ਹਨ, ਕੂਹਣੀ ਤੋਂ ਉਂਗਲੀ ਦੇ ਸਿਰੇ ਤੱਕ ਦੀ ਲੰਬਾਈ ਜਿਹੜੀ ਹੈ ਉਸ ਨੂੰ ਵੀ ਇੱਕ ਪ੍ਰਾਚੀਨ ਮਿਸਰ ਦੇ ਵਿੱਚ ਉਪਯੋਗ ਕੀਤਾ ਜਾਂਦਾ ਸੀਗਾ। ਤਾਂ ਉਸ ਤੋਂ ਸੰਸਾਰ ਦੇ ਵਿੱਚ ਹੋਰ ਅਲੱਗ-ਅਲੱਗ ਤਰ੍ਹਾਂ ਦੇ ਲੋਕ ਜਿਹੜੇ ਸੀਗੇ ਲੰਬਾਈ ਦੇ ਇਕਾਈ ਰੂਪ ਵਿੱਚ ਬਹੁਤ ਸਾਰੇ ਲੋਕਾਂ ਨੇ ਫੁੱਟ ਦੀ ਲੰਬਾਈ ਦਾ ਉਪਯੋਗ ਕੀਤਾ। ਹਾਲਾਂਕਿ ਲੋਕ ਕੱਪੜੇ ਦੀ ਮਾਪਣ ਦੇ ਲਈ 1 ਗਜ਼ ਕੱਪੜੇ ਨੂੰ ਬਾਂਹ ਫੈਲਾ ਕੇ ਮਾਪ ਲੈਂਦੇ ਆ, ਵੀ ਅਨੁਮਾਨ ਲਾ ਲੈਂਦੇ ਵੀ ਇੰਨਾ 1 ਗਜ਼ ਹੋਊਗਾ।
ਪਰ ਉਹ ਵੀ ਹੁਣ ਫਰਕ ਹੈ ਵੀ ਕਿਸੇ ਦੀ ਬਾਂਹ ਲੰਮੀ ਹੁੰਦੀ, ਕਿਸੇ ਦੀ ਛੋਟੀ ਹੁੰਦੀ ਹੈ। ਤਾਂ ਪ੍ਰਾਚੀਨ ਭਾਰਤ ਵਿੱਚ ਹਾਲਾਂਕਿ ਉਂਗਲ ਜਾਂ ਮੁੱਠੀ ਦਾ ਵੀ ਉਪਯੋਗ ਕੀਤਾ ਜਾਂਦਾ ਸੀਗਾ ਮਾਪਣ ਦੇ ਲਈ। ਜਦੋਂ ਫੁੱਲ ਵੇਚਦੇ ਸੀਗੇ ਤਾਂ ਫੁੱਲ ਵੇਚਣ ਵਾਲੇ ਨੂੰ, ਫੁੱਲਾਂ ਦੇ ਹਾਰ ਨੂੰ ਵੇਚਣ ਵੇਲੇ ਬਾਹਾਂ ਦੀ ਲੰਬਾਈ ਨੂੰ ਇੱਕ ਇਕਾਈ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਹਾਲਾਂਕਿ ਇਹ ਸਾਰੇ ਮਾਨਕ ਜਿਹੜੇ ਸੀਗੇ ਇਹ ਪ੍ਰਮਾਣਿਤ ਨਹੀਂ ਸੀਗੇ। ਤਾਂ 1970 ਦੇ ਵਿੱਚ ਫਰਾਂਸ ਦੇ ਵਿੱਚ ਮਾਪਣ ਦੀ ਇੱਕ ਮਾਨਕ ਪ੍ਰਣਾਲੀ ਦੀ ਰਚਨਾ ਕੀਤੀ ਗਈ, ਜਿਹਨੂੰ ਮੀਟ੍ਰਿਕ ਪ੍ਰਣਾਲੀ ਕਿਹਾ ਗਿਆ। ਤਾਂ ਸਾਰੇ ਜਿਹੜੇ ਸੰਸਾਰ ਦੇ ਵਿਗਿਆਨੀ ਸੀਗੇ ਉਹਨਾਂ ਨੇ ਇੱਕ ਸਮਾਨਤਾ ਦੇ ਲਈ ਮਾਨਕ ਇਕਾਈਆਂ ਦੇ ਇੱਕ ਸੈੱਟ ਨੂੰ ਸਵੀਕਾਰ ਕਰ ਲਿਆ ਅਤੇ ਇਸ ਮੀਟ੍ਰਿਕ ਪ੍ਰਣਾਲੀ ਦਾ ਅੱਜ ਵੀ ਉਪਯੋਗ ਹੋ ਰਿਹਾ, ਜਿਹਨੂੰ ਅੰਤਰਰਾਸ਼ਟਰੀ ਮੀਟ੍ਰਿਕ ਪ੍ਰਣਾਲੀ ਕਹਿੰਦੇ ਆ, ਜਿਹੜੀ ਕਿ ਇੱਕ SI ਇਕਾਈ ਹੈ। SI ਇੱਕ ਸਟੈਂਡਰਡ ਭਾਵ ਪੂਰੇ ਦੁਨਿਆਵੀ ਪੱਧਰ 'ਤੇ ਇੱਕ ਸਟੈਂਡਰਡ, ਇੱਕ ਮਾਨਕ ਮੰਨਿਆ ਗਿਆ। ਤਾਂ ਲੰਬਾਈ ਦੀ SI ਇਕਾਈ ਮੀਟਰ ਰੱਖੀ ਗਈ। ਤਾਂ ਆਪਾਂ ਜਿਹੜਾ ਜਮੈਟਰੀ ਬਾਕਸ ਵੀ ਦੇਖਦੇ ਹਾਂ ਆਪਣਾ, ਉਹ ਜਮੈਟਰੀ ਬਾਕਸ ਦੇ ਵਿੱਚ ਵੀ ਜਿਹੜਾ ਆਪਣੇ ਕੋਲੇ 15 ਸੈਂਟੀਮੀਟਰ ਪੈਮਾਨਾ ਉਹਦਾ ਦਿਖਾਇਆ ਜਾਂਦਾ ਹੈ, ਜਿਹੜਾ ਮੀਟਰ ਪੈਮਾਨਾ ਉਹਦੇ ਵਿੱਚ ਹੁੰਦਾ, ਜਿਹੜਾ ਇੱਕ ਸਕੇਲ ਹੁੰਦਾ। ਅਤੇ ਹਰ ਮੀਟਰ ਨੂੰ 100 ਬਰਾਬਰ ਭਾਗਾਂ 'ਚ ਵੰਡਿਆ। ਉਹ 100 ਬਰਾਬਰ ਪੈਮਾਨੇ ਕੀ ਹੁੰਦੇ ਆ, 1 ਮੀਟਰ ਬਰਾਬਰ 100 ਸੈਂਟੀਮੀਟਰ ਹੁੰਦਾ, ਅਤੇ 1 ਸੈਂਟੀਮੀਟਰ ਗਾਂ 10 ਪੈਮਾਨਿਆਂ 'ਚ ਵੰਡਿਆ ਹੁੰਦਾ, ਜਿਨ੍ਹਾਂ 10 ਪੈਮਾਨਿਆਂ ਨੂੰ ਮਿਲੀਮੀਟਰ ਕਹਿੰਦੇ ਆ। ਹੁਣ ਜੇ ਲੰਬੀਆਂ ਦੂਰੀਆਂ ਮਾਪਣੀਆਂ ਤਾਂ 1000 ਮੀਟਰ ਤੋਂ ਮਿਲ ਕੇ 1 ਕਿਲੋਮੀਟਰ ਬਣਦਾ। ਤਾਂ 1 ਕਿਲੋਮੀਟਰ ਦੀ ਲੰਬਾਈ ਜਿਹੜੀ ਹੈਗੀ ਆ ਉਹ 1000 ਮੀਟਰ ਦੇ ਨਾਲ ਮਿਣੀ ਜਾਂਦੀ ਹੈਗੀ ਹੈ। ਤਾਂ ਇਹ ਸਾਰੀਆਂ SI ਇਕਾਈਆਂ ਹੈਗੀਆਂ ਜਿਹੜੀਆਂ ਕਿ ਮਾਪਣ ਦੀਆਂ, ਲੰਬਾਈ ਜਾਂ ਚੌੜਾਈ ਕੋਈ ਵੀ ਮਾਪਣੀ ਹੈ ਉਹਦੇ ਲਈ। ਹੁਣ ਜਦੋਂ ਲੰਬਾਈ ਅਤੇ ਚੌੜਾਈ ਦਾ ਸਹੀ ਮਾਪਣ ਕੀਤਾ ਜਾਂਦਾ ਤਾਂ ਆਮ ਤੌਰ 'ਤੇ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜਾ ਦਰਜੀ ਕੋਲੇ ਫੀਤਾ ਹੁੰਦਾ, ਉਹ ਫੀਤਿਆਂ ਦੇ ਸਿਰਿਆਂ 'ਤੇ ਇੱਕ ਧਾਤ ਦੀ ਛੋਟੀ ਛੋਟੀ ਪਰਤ ਚੜ੍ਹਾਈ ਹੁੰਦੀ ਹੈ ਤਾਂ ਕਿ ਉਹ ਫੀਤਾ ਘਸੇ ਨਾ। ਤਾਂ ਜਾਂ ਜਿਹਦੇ ਕੋਲ ਆਪਾਂ ਕੱਪੜਾ ਲੈਣ ਜਾਂਦੇ ਹਾਂ ਉਹਦੇ ਕੋਲ ਇੱਕ ਛੜ ਵੀ ਹੁੰਦੀ ਹੈ, ਜਿਹਨੂੰ ਮੀਟਰ ਛੜ ਕਹਿੰਦੇ ਆ। 1 ਮੀਟਰ ਦੀ ਉਹ ਛੜ ਹੁੰਦੀ ਆ। ਤਾਂ ਉਸ ਨਾਲ ਵੀ ਉਹ ਜਿਹੜੀ ਹੈਗੀ ਆ ਕੱਪੜੇ ਦੀ ਲੰਬਾਈ ਚੌੜਾਈ ਜਿਹੜੀ ਆ ਉਹ ਮਾਪ ਸਕਦੇ ਆ। ਪਰ ਇਹਨਾਂ ਮੀਟਰ ਪੈਮਾਨਿਆਂ ਦੇ ਨਾਲ ਬਿਲਕੁਲ ਸਹੀ ਜਿਹੜੇ ਆਪਣੇ ਕੋਲੇ ਰਿਜ਼ਲਟ ਆਉਣ ਲੱਗ ਪਏ। ਹੁਣ ਇਹਨਾਂ ਦੇ ਮਾਪਣ ਦੇ ਲਈ ਕੁਝ ਗੱਲਾਂ ਜ਼ਰੂਰੀ ਹੈ ਵੀ ਜਦੋਂ ਆਪਾਂ ਮੀਟਰ ਸਕੇਲ ਦੇ ਨਾਲ ਲੰਬਾਈ ਦਾ ਮਾਪਣ ਕਰਨਾ ਹੈਗਾ ਤਾਂ ਆਪਾਂ ਜਿਹੜੀ ਵਸਤੂ ਦੀ ਲੰਬਾਈ ਮਾਪਣੀ ਆ ਉਸ ਦੀ ਲੰਬਾਈ ਦੇ ਅਨੁਸਾਰ ਹੀ ਆਪਾਂ ਮੀਟਰ ਸਕੇਲ ਰੱਖਾਂਗੇ, ਉਹ ਫੀਤਾ ਰੱਖਾਂਗੇ। ਇੱਕ ਇਹ ਵੀ ਹੋ ਸਕਦਾ ਵੀ ਕਈ ਵਾਰੀ ਜਿਹੜੇ ਸਿਰੇ ਹੈਗੇ ਆ ਉਹ ਭੁਰ ਜਾਂਦੇ ਆ, ਤਾਂ ਇਸ ਕਰਕੇ ਸਿਰਿਆਂ ਦੇ ਭੁਰਨ ਕਰਕੇ ਜ਼ੀਰੋ ਸਪਸ਼ਟ ਨਹੀਂ ਹੋ ਪਾਉਂਦੀ। ਤਾਂ ਕੋਸ਼ਿਸ਼ ਕਰੋ ਵੀ ਜਦੋਂ ਵੀ ਕਿਸੇ ਦੀ ਲੰਬਾਈ ਆਪਾਂ ਮਾਪਣੀ ਹੈਗੀ ਆ ਤਾਂ ਉਹ ਜ਼ੀਰੋ ਦੀ ਬਜਾਏ 1 ਤੋਂ ਸ਼ੁਰੂ ਕੀਤੀ ਜਾਵੇ। ਅਖੀਰ 'ਤੇ ਜਿੰਨੀ ਆ ਗਈ ਉਸ ਦੇ ਵਿੱਚੋਂ 1 ਘਟਾ ਕੇ ਆਪਾਂ ਉਸ ਵਸਤੂ ਦੀ ਲੰਬਾਈ ਜਿਹੜਾ ਹੈਗਾ ਉਹਦਾ ਸਹੀ ਰਿਜ਼ਲਟ ਦੱਸ ਸਕਦੇ ਹਾਂ। ਤੀਸਰੇ ਨੰਬਰ 'ਤੇ ਬਹੁਤ ਇੰਪੋਰਟੈਂਟ ਗੱਲ ਜਿਹੜੀ ਹੈਗੀ ਆ ਕਿ ਜਦੋਂ ਲੰਬਾਈ ਨੂੰ ਆਪਾਂ ਮਾਪਣਾ ਉਹ ਸਾਈਡਾਂ ਤੋਂ ਨਹੀਂ ਮਾਪਣਾ, ਬਿਲਕੁਲ ਵਿਚਾਲਿਓਂ ਮਾਪਾਂਗੇ। ਜਿਹੜੀ ਲੰਬਾਈ ਆਪਾਂ ਮਾਪਣੀ ਉਹਨੂੰ ਬਿਲਕੁਲ ਨੱਕ ਦੀ ਸੀਟ ਅਤੇ ਅੱਖਾਂ ਦੇ ਵਿਚਾਲੇ ਰੱਖਾਂਗੇ, ਕਿਉਂਕਿ ਸਾਈਡ ਤੋਂ ਉਹ ਲੰਬਾਈ ਆਪਾਂ ਨੂੰ ਐਕੂਰੇਟ ਨਹੀਂ ਦਿਖਦੀ, ਸਾਈਡ ਤੋਂ ਘੱਟ ਜਾਂ ਵੱਧ ਦਿਖ ਸਕਦੀ ਹੈ। ਕਿਉਂਕਿ ਬਿਲਕੁਲ ਅੱਖ ਦੇ ਵਿਚਾਲੇ ਰੱਖਣ ਨਾਲ ਆਪਣੀਆਂ ਦੋਨਾਂ ਅੱਖਾਂ ਦੇ ਨਾਲ ਆਪਣੇ ਕੋਲ ਉਹ ਲੰਬਾਈ ਦੀ ਉਹ ਵਾਲੀ ਜਿਹੜੀ ਆਪਾਂ ਮਾਤਰਾ ਉੱਥੇ ਦੇਖਣੀ ਹੈਗੀ ਆ, ਜਿਹੜੀ ਰੀਡਿੰਗ ਆਪਾਂ ਪੜ੍ਹਤ ਆਪਾਂ ਦੇਖਣੀ ਹੈ ਉਹ ਬਿਲਕੁਲ ਵਿਚਾਲੇ ਆਵੇਗੀ ਆਪਣੇ ਕੋਲ। ਤਾਂ ਇਸ ਤਰ੍ਹਾਂ ਆਪਾਂ ਪੈਮਾਨੇ ਦੀ ਉਚਿਤ ਵਰਤੋਂ ਕਰ ਸਕਦੇ ਹਾਂ। ਅੱਖ ਦੀ ਸਹੀ ਸਥਿਤੀ ਹੋਣੀ ਚਾਹੀਦੀ ਆਪਣੀ। ਤਾਂ ਸਹੀ ਸਥਿਤੀ ਜਿਹੜੀ ਹੈਗੀ ਆ ਸੈਂਟਰ ਵਾਲੀ ਹੈ, ਜਿਹਨੂੰ ਆਪਾਂ ਇਸ ਸਥਿਤੀ ਵਿੱਚ B ਕਿਹਾ, ਜਦ ਕਿ A ਅਤੇ C ਵਾਲੀ ਸਥਿਤੀ ਜਿਹੜੀ ਹੈਗੀ ਹੈ ਪੈਮਾਨੇ ਦੀ ਉਚਿਤ ਪੜ੍ਹਤ ਲਈ ਇਹ ਸਹੀ ਨਹੀਂ ਹੈਗੀ। ਤਾਂ
ਹੁਣ ਆਪਾਂ ਕਿਸੇ ਵਕਰ ਰੇਖਾ ਦੀ ਜੇ ਲੰਬਾਈ ਮਾਪਣੀ ਹੈ, ਵਕਰ ਰੇਖਾ ਭਾਵ ਜਿਹੜੀ ਬਿਲਕੁਲ ਸਿੱਧੀ ਨਹੀਂ ਹੈਗੀ ਰੇਖਾ, ਮੁੜੀ ਹੋਈ ਹੈ ਗੋਲਾਈ ਦੇ ਵਿੱਚ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਕੌਲੀ ਹੈ, ਕੌਲੀ ਦੀ ਅੰਦਰਲੀ ਸਤ੍ਹਾ ਦਾ ਜਿਹੜਾ ਉਸ ਦੀ ਲੰਬਾਈ ਜੇ ਆਪਾਂ ਮਾਪਣੀ ਹੈ ਤਾਂ ਆਪਾਂ ਇੱਕ ਧਾਗੇ ਦਾ ਉਪਯੋਗ ਕਰ ਸਕਦੇ ਹਾਂ। ਧਾਗੇ ਦੇ ਇੱਕ ਸਿਰੇ 'ਤੇ ਆਪਾਂ ਗੰਢ ਬੰਨ੍ਹ ਲਾਂਗੇ ਅਤੇ ਉਹਨੂੰ ਆਪਾਂ ਏ ਬਿੰਦੂ ਕਹਿ ਦਾਂਗੇ। ਹੁਣ ਜੇ ਮੰਨ ਲਓ ਆਪਾਂ ਕੌਲੀ ਦੀ ਅੰਦਰਲੀ ਲੰਬਾਈ ਮਾਪਣੀ ਹੈਗੀ ਆ ਤਾਂ ਧਾਗੇ ਨੂੰ ਇੱਕ ਬਿੰਦੂ 'ਤੇ ਰੱਖ ਕੇ ਹੌਲੀ ਹੌਲੀ ਬਾਕੀ ਦੇ ਸਾਰੇ ਧਾਗੇ ਨੂੰ ਤੁਸੀਂ ਅਗਾਂਹ ਕਰਕੇ ਛੋਟੀ ਛੋਟੀ ਮਤਲਬ ਮਾਤਰਾ ਨਾਲ ਅਗਾਂਹ ਵਧਾ ਕੇ ਵਾਪਸ ਉਸ ਦੇ ਦੂਸਰੇ ਸਿਰੇ ਤੱਕ ਲੈ ਆਓ। ਤਾਂ ਇਸ ਤਰ੍ਹਾਂ ਕਰਕੇ ਆਪਣੇ ਕੋਲ ਕੌਲੀ ਦੀ ਲੰਬਾਈ ਆ ਜਾਏਗੀ। ਮਤਲਬ ਥੋੜ੍ਹੇ ਥੋੜ੍ਹੇ ਭਾਗ ਨੂੰ ਉਸ ਵਕਰ ਰੇਖਾ ਦੇ ਅਨੁਸਾਰ ਆਪਾਂ ਦੇਖਣਾ, ਤਾਂ ਉਹ ਧਾਗੇ ਦੇ ਉਹ ਦੂਜੇ ਬਿੰਦੂ ਅੰਤਮ ਬਿੰਦੂ ਨੂੰ ਆਪਾਂ B ਮੰਨ ਲੈਣਾ, ਜਿੱਥੋਂ ਤੱਕ ਕੌਲੀ ਦਾ ਅੰਤਮ ਮਾਪ ਹੋਇਆ ਸੀਗਾ ਉਸ ਦਾ ਲੰਬਾਈ ਦਾ। ਤਾਂ ਹੁਣ A ਅਤੇ B ਦੇ ਵਿਚਾਲੇ ਜਿਹੜੀ ਲੰਬਾਈ ਹੈਗੀ ਆ ਉਹ ਆਪਾਂ ਮੀਟਰ ਪੈਮਾਨੇ ਦੇ ਉੱਤੇ ਰੱਖ ਕੇ ਉਸ ਲੰਬਾਈ ਨੂੰ ਮਾਪ ਸਕਦੇ ਹਾਂ। ਤਾਂ ਆਪਣੇ ਕੋਲ AB ਵਕਰ ਰੇਖਾ ਦੀ ਲੰਬਾਈ ਆ ਜਾਏਗੀ। ਤਾਂ ਇੱਥੇ ਆਪਾਂ ਨੂੰ ਹੋਰ ਤਰ੍ਹਾਂ ਦੀ ਸਤ੍ਹਾ ਦਿਖਾਈ ਹੋਈ ਹੈ, ਜਿਵੇਂ ਆਹ ਤੁਹਾਨੂੰ ਦਿਖਾਈ ਹੈ। ਇਸ ਦੀ ਲੰਬਾਈ ਵੀ ਤੁਸੀਂ ਐਂ ਹੀ ਮਾਪ ਸਕਦੇ ਹੋ, ਛੋਟੀਆਂ ਛੋਟੀਆਂ ਇਕਾਈਆਂ ਦੇ ਵਿੱਚ ਇੱਕ ਧਾਗੇ ਦੇ ਨਾਲ A ਬਿੰਦੂ ਜਿਹੜਾ ਗੰਢ ਬੰਨ੍ਹ ਕੇ ਉੱਥੋਂ ਮਿਣਤੀ ਕਰਨੀ ਸ਼ੁਰੂ ਕਰ ਦੇਣੀ ਅਤੇ ਅਖੀਰ ਤੱਕ ਲੈ ਜਾਣੀ ਹੈ। ਤਾਂ ਬਾਅਦ ਦੇ ਵਿੱਚ ਉਹ ਧਾਗੇ ਨੂੰ ਮੀਟਰ ਸਕੇਲ ਦੇ ਉੱਤੇ ਆਪਾਂ ਮਾਪ ਲੈਣਾ ਵੀ A ਤੋਂ B ਬਿੰਦੂ ਤੱਕ ਮੀਟਰ ਸਕੇਲ 'ਤੇ ਕਿੰਨੀ ਲੰਬਾਈ ਹੈ। ਤਾਂ ਉਸ ਤਰ੍ਹਾਂ ਆਪਣੇ ਕੋਲ ਵਕਰ ਰੇਖਾ ਜਿਹੜੀ ਹੈਗੀ ਆ ਉਹਦੀ ਲੰਬਾਈ ਮਾਪੀ ਜਾ ਸਕਦੀ ਹੈ। ਵਕਰ ਰੇਖਾ A ਅਤੇ B ਆਪਣੇ ਕੋਲ ਇੱਥੇ ਜੋ ਦਿੱਤਾ ਹੋਇਆ, ਮਤਲਬ ਕੋਈ ਵੀ ਗੋਲਾਕਾਰ ਸਤਹਾਂ ਹੈਗੀਆਂ ਉਹਨਾਂ ਸਾਰਿਆਂ ਦੀ ਲੰਬਾਈ ਇਸ ਧਾਗੇ ਦੇ ਨਾਲ ਮਾਪੀ ਜਾ ਸਕਦੀ ਹੈ, ਪਰ ਸ਼ਰਤ ਇਹ ਆ ਵੀ ਬਾਅਦ ਦੇ ਵਿੱਚ ਉਸ ਧਾਗੇ ਨੂੰ ਮੀਟਰ ਸਕੇਲ ਦੇ ਨਾਲ ਆਪਾਂ ਮਾਪ ਲੈਣਾ ਹੈਗਾ। ਤੋ ਹੁਣ ਕਿਉਂਕਿ ਆਪਣੇ ਪਾਠ ਦਾ ਨਾਮ ਗਤੀ ਅਤੇ ਦੂਰੀਆਂ ਦਾ ਮਾਪ ਹੈ, ਇਸ ਕਰਕੇ ਆਪਾਂ ਹੋਰ ਗਤੀਸ਼ੀਲ ਵਸਤੂਆਂ ਬਾਰੇ ਵੀ ਆਪਾਂ ਦੇਖਣਾ ਹੈ। ਤੁਸੀਂ ਬਹੁਤ ਸਾਰੀਆਂ ਗਤੀਸ਼ੀਲ ਵਸਤੂਆਂ ਬਾਰੇ ਜਾਣਦੇ ਆ, ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਤੀਸ਼ੀਲ ਵਸਤੂਆਂ ਦੇਖਦੇ ਆ ਆਪਣੇ ਆਸ-ਪਾਸ, ਚਾਹੇ ਉਹ ਕੋਈ ਚਿੜੀ ਉੱਡ ਰਹੀ ਹੈ, ਚਾਹੇ ਜਿਹੜੀ ਤੁਹਾਡੇ ਕਲਾਸ ਦੇ ਵਿੱਚ ਜਾਂ ਘਰੇ ਘੜੀ ਲੱਗੀ ਹੋਈ ਆ ਉਹ ਗਤੀ ਕਰ ਰਹੀ ਹੈ, ਚਾਹੇ ਕੋਈ ਸੈਨਿਕ ਜਿਹੜੇ ਹੈਗੇ ਆ ਆਪਣੀ ਪਰੇਡ ਦੇ ਵਿੱਚ ਗਤੀ ਕਰ ਰਹੇ ਆ, ਜਾਂ ਕੀੜੀ ਜਿਹੜੀ ਆ ਉਹ ਚੱਲ ਰਹੀ ਹੈਗੀ ਹੈ, ਜਾਂ ਪੱਖਾ ਚੱਲ ਰਿਹਾ ਹੈਗਾ, ਜਾਂ ਪਾਣੀ ਆ ਰਿਹਾ ਹੈਗਾ ਕਿਸੇ ਸੋਮੇ ਦੇ ਵਿੱਚੋਂ। ਤਾਂ ਇਹ ਸਾਰੇ ਕਿਤੇ ਨਾ ਕਿਤੇ ਇਹਨਾਂ ਵਿੱਚ ਗਤੀ ਹੋ ਰਹੀ ਹੈ। ਗਤੀ ਦੇ ਹਿਸਾਬ ਨਾਲ ਦੋ ਅਵਸਥਾਵਾਂ ਹੁੰਦੀਆਂ, ਇੱਕ ਗਤੀ ਅਵਸਥਾ ਹੁੰਦੀ ਹੈ, ਇੱਕ ਵਿਰਾਮ ਅਵਸਥਾ ਹੁੰਦੀ ਹੈ। ਜਦੋਂ ਵਸਤੂ ਇੱਕ ਥਾਂ 'ਤੇ ਸਥਿਰ ਪਈ ਰਹਿੰਦੀ ਆ, ਉਸ ਥਾਂ ਤੋਂ ਉਹ ਨਾ ਖੱਬੇ ਜਾਂਦੀ ਨਾ ਸੱਜੇ ਜਾਂਦੀ ਹੈ, ਤਾਂ ਉਸ ਵੇਲੇ ਉਸ ਵਸਤੂ ਦੀ ਸਥਿਤੀ, ਉਸ ਵਸਤੂ ਦੀ ਅਵਸਥਾ ਕਿਹੜੀ ਹੁੰਦੀ ਹੈ? ਵਿਰਾਮ ਅਵਸਥਾ। ਪਰ ਜਦੋਂ ਉਹ ਇੱਕ ਸਥਾਨ ਤੋਂ ਦੂਸਰੇ ਥਾਂ 'ਤੇ ਜਾ ਰਹੀ ਹੈ ਤਾਂ ਉਸ ਵੇਲੇ ਜਿਹੜੀ ਉਸ ਦੀ ਅਵਸਥਾ ਕਿਹੜੀ ਹੈਗੀ ਹੈ? ਗਤੀ ਅਵਸਥਾ। ਤਾਂ ਗਤੀ ਅਵਸਥਾ ਦੇ ਵਿੱਚ ਇੱਕ ਚੀਜ਼ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹੋ ਜਿਹੀ ਅਵਸਥਾ ਹੈ ਜਿਸ ਦੇ ਵਿੱਚ ਵਸਤੂ ਜਿਹੜੀ ਹੈਗੀ ਆ ਆਪਣੇ ਆਸ-ਪਾਸ ਦੀਆਂ ਵਸਤੂਆਂ ਦੇ ਹਿਸਾਬ ਨਾਲ ਉਸ ਦੀ ਸਥਿਤੀ ਵਿੱਚ ਬਦਲਾਅ ਆ ਰਿਹਾ, ਤਾਂ ਉਦੋਂ ਮੰਨਿਆ ਜਾਂਦਾ ਵੀ ਉਹ ਵਸਤੂ ਜਿਹੜੀ ਹੈਗੀ ਆ ਉਹ ਗਤੀ ਵਿੱਚ ਹੈ। ਉਦਾਹਰਨ ਦੇ ਤੌਰ 'ਤੇ ਇਹਨਾਂ ਟਿੰਡਾਂ ਵਿੱਚੋਂ ਪਾਣੀ ਚੱਲ ਰਿਹਾ ਹੈਗਾ, ਟਿੰਡਾਂ ਲੱਕੜ ਦੀਆਂ ਆਪਣੇ ਉੱਤੇ ਉਹ ਗੋਲਾਕਾਰ ਟਿੰਡਾਂ ਬਣੀਆਂ ਹੋਈਆਂ, ਖੂਹ ਹੈਗਾ, ਪਾਈਪ 'ਚੋਂ ਪਾਣੀ ਨਿਕਲ ਰਿਹਾ। ਜਿਹੜਾ ਪਾਣੀ ਹੈ ਕੇਵਲ ਉਹ ਆਪਣੀ ਸਥਿਤੀ ਬਦਲ ਰਿਹਾ ਇਹਦੇ ਵਿੱਚ, ਜਦ ਕਿ ਬਾਕੀ ਵਸਤੂਆਂ ਉਵੇਂ ਹੀ ਪਈਆਂ। ਪਾਣੀ ਪਹਿਲਾਂ ਠੰਡਾ ਉਹਦੇ ਵਿੱਚ ਸੀਗਾ, ਫਿਰ ਉਹ ਬਾਹਰ ਨਿਕਲ ਰਿਹਾ, ਦੂਸਰੇ ਪਾਸੇ ਜਾ ਰਿਹਾ, ਤਾਂ ਭਾਵ ਪਾਣੀ ਗਤੀ ਵਿੱਚ ਹੈ, ਪਰ ਬਾਕੀ ਵਸਤੂਆਂ ਜਿਹੜੀਆਂ ਉਹ ਵਿਰਾਮ ਅਵਸਥਾ ਵਿੱਚ ਹੈਗੀਆਂ, ਚਾਹੇ ਉਸ ਖੂਹ ਦੀਆਂ ਕੰਧਾਂ ਹੋਣ। ਤੋ ਆਹ ਇੱਕ ਆਪਾਂ ਕਿਰਿਆ ਕਰ ਸਕਦੇ ਹਾਂ। ਆਪਾਂ ਕੀ ਕਰਨਾ ਹੈਗਾ ਕਿ ਕਾਗਜ਼ ਦੀ ਇੱਕ ਵੱਡੀ ਸ਼ੀਟ ਨੂੰ ਫੈਲਾ ਕੇ ਰੱਖ ਦੇਣਾ ਅਤੇ ਉਸ ਦੇ ਉੱਤੇ ਆਪਾਂ ਥੋੜ੍ਹੀ ਥੋੜ੍ਹੀ ਦੂਰੀ 'ਤੇ ਚੀਨੀ ਦੇ ਕਣ ਜਿਹੜੇ ਆ ਉਹ ਸੁੱਟ ਦੇਣੇ ਆ, ਚੀਨੀ ਦੇ ਜਿਹੜੇ ਰਵੇ ਹੁੰਦੇ ਆ। ਤਾਂ ਹੁਣ ਤੁਸੀਂ ਜਿਵੇਂ ਜਿਵੇਂ ਉੱਥੋਂ ਕੀੜੀ ਦੇ ਕੋਲੋਂ, ਕੀੜੀ ਜਿਹੜੀ ਹੈਗੀ ਆ ਚੀਨੀ ਦੇ ਕੋਲੋਂ ਤੁਰਦੀ ਹੈ, ਅਤੇ ਜਿੱਥੇ ਜਿੱਥੇ ਤੁਰਦੀ ਹੈ ਉੱਥੇ ਪੈਨਸਲ ਨਾਲ ਨਿਸ਼ਾਨ ਅੰਕਿਤ ਕਰੀ ਜਾਓ, ਜਿਸ ਤੋਂ ਆਪਣੇ ਕੋਲ ਜਦੋਂ ਕੀੜੀ ਚਲੀ ਗਈ ਉਸ ਤੋਂ ਬਾਅਦ 'ਚ ਆਪਾਂ ਦੇਖਾਂਗੇ ਕਿ ਇੰਨੀ ਉਸਨੇ ਜਿਹੜੀ ਦੂਰੀ ਤੈਅ ਕੀਤੀ, ਭਾਵ ਉਹ ਕੀੜੀ ਗਤੀ ਵਿੱਚ ਸੀ।
ਤਾਂ ਇਸੇ ਤਰ੍ਹਾਂ ਹੀ ਆਪਾਂ ਹੋਰ ਬਹੁਤ ਸਾਰੀਆਂ ਵਸਤੂਆਂ ਦੀ ਜਿਹੜੀ ਹੈਗੀ ਹੈ ਗਤੀ ਉਹ ਪਤਾ ਕਰ ਸਕਦੇ ਹਾਂ। ਤਾਂ ਹੁਣ ਗਤੀਆਂ ਬਾਰੇ ਆਪਾਂ ਨੂੰ ਕੁਝ ਹੋਰ ਵੀ ਜਾਣਨਾ ਜ਼ਰੂਰੀ ਹੈ। ਗਤੀ ਦੀਆਂ ਕਿਸਮਾਂ, ਮੁੱਖ ਤੌਰ 'ਤੇ ਇਹਦੀ ਪਹਿਲੀ ਕਿਸਮ ਜਿਹੜੀ ਹੈ ਸਰਲ ਰੇਖੀ ਗਤੀ ਹੈ, ਜਦੋਂ ਵਸਤੂ ਸਿੱਧੀ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾ ਰਹੀ ਹੈ। ਚਾਹੇ ਉਹ ਕੋਈ ਸੜਕ 'ਤੇ ਵਾਹਨ ਚੱਲ ਰਿਹਾ, ਉਹ ਸਰਲ ਰੇਖੀ ਗਤੀ ਹੈ। ਚਾਹੇ ਸੈਨਿਕ ਪਰੇਡ ਦੇ ਵਿੱਚ ਜਾ ਰਹੇ ਆ, ਉਹ ਸਰਲ ਰੇਖੀ ਗਤੀ ਹੈ ਸਿੱਧੀ। ਮਤਲਬ ਜਦੋਂ ਸਰਲ ਰੇਖਾ ਦੇ ਮੁਤਾਬਕ ਵਸਤੂਆਂ ਗਤੀ ਕਰ ਰਹੀਆਂ, ਜਿਹੜੀ ਰੇਖਾ ਜਿਵੇਂ ਸੜਕ ਦੇ ਵਿਚਾਲੇ ਬਣੀ ਹੋਈ ਹੈ, ਇਹਦੇ ਅਨੁਸਾਰ ਜਦੋਂ ਵਸਤੂਆਂ ਗਤੀ ਕਰ ਰਹੀਆਂ ਤਾਂ ਸਰਲ ਰੇਖੀ ਗਤੀ ਹੈ। ਹੁਣ ਜਦੋਂ ਪੱਥਰ ਉੱਤੋਂ ਥੱਲੇ ਸੁੱਟਦੇ ਹਾਂ ਤਾਂ ਉਹ ਵੀ ਇੱਕ ਸਰਲ ਰੇਖੀ ਗਤੀ ਹੈ। ਪਰ ਜੇ ਆਪਾਂ ਪੱਥਰ ਨੂੰ ਧਾਗੇ ਨਾਲ ਬੰਨ੍ਹ ਕੇ ਗੋਲਾਕਾਰ ਘੁਮਾਵਾਂਗੇ ਤਾਂ ਫਿਰ ਉਦੋਂ ਉਸ ਪੱਥਰ ਦੀ ਗਤੀ ਸਰਲ ਰੇਖੀ ਨਹੀਂ ਹੋਵੇਗੀ, ਉਸ ਦੀ ਚੱਕਰਾਕਾਰ ਗਤੀ ਹੋ ਜਾਏਗੀ। ਜਿਵੇਂ ਕਿ ਆ ਪੱਖੇ ਦੀ ਚੱਕਰਾਕਾਰ ਗਤੀ ਹੈ, ਜਾਂ ਆ ਦਿਸ਼ਾ ਮਾਪਣ ਵਾਲਾ ਜਿਹੜਾ ਯੰਤਰ ਉੱਤੇ ਲਗਾਇਆ ਜਾਂਦਾ ਉਹਦੀ ਚੱਕਰਾਕਾਰ ਗਤੀ ਹੁੰਦੀ ਹੈ, ਜਾਂ ਜਿਹੜੀਆਂ ਖੂਹ ਦੀਆਂ ਟਿੰਡਾਂ ਚੱਲਦੀਆਂ ਉਹ ਗੋਲ ਗੋਲ ਘੁੰਮਦੀਆਂ ਉਹ ਇਸ ਤਰ੍ਹਾਂ ਕਰਕੇ, ਤਾਂ ਇਹ ਵੀ ਉਸ ਦੀ ਚੱਕਰਾਕਾਰ ਗਤੀ ਹੈ। ਤੋਂ ਦੋ ਗਤੀਆਂ ਜਿਹੜੀਆਂ, ਚਾਹੇ ਆਪਾਂ ਪੱਖੇ ਦੀ ਗਤੀ ਦੇਖੀਏ, ਚਾਹੇ ਜਿਹੜਾ ਕਲੌਕ ਹੈ ਉਹਦੇ ਵਿੱਚ ਸੂਈ ਚੱਲਦੀ ਹੈ ਉਹਦੀ ਵੀ ਗੋਲਾਕਾਰ ਗਤੀ ਹੈਗੀ ਹੈ। ਤੋਂ ਇੱਕ ਹੁੰਦੀ ਹੈ ਆਵਰਤੀ ਗਤੀ। ਆਵਰਤੀ ਗਤੀ ਉਹ ਹੁੰਦੀ ਹੈ ਜਦੋਂ ਕੋਈ ਵਸਤੂ ਇੱਕ ਖਾਸ ਸਥਿਤੀ ਦੇ ਖੱਬੇ ਜਾਂ ਸੱਜੇ ਵਾਰ-ਵਾਰ ਆ ਰਹੀ ਹੈ। ਜਿਵੇਂ ਕਿ ਪੈਂਡੂਲਮ, ਆਪਣੇ ਇੱਕ ਪੁਰਾਣੇ ਕਲੌਕ ਹੁੰਦੇ ਸੀ, ਉਹਨਾਂ ਵਿੱਚ ਆਹ ਥੱਲੜਾ ਹਿੱਸਾ ਹੁੰਦਾ ਸੀ ਜਿਹਨੂੰ ਪੈਂਡੂਲਮ ਵਾਂਗੂ ਹੀ ਕਹਿੰਦੇ ਸੀ। ਇਹ ਜਿਵੇਂ ਜਿਵੇਂ ਸੂਈ ਚੱਲਦੀ ਸੀ ਇਹ ਖੱਬੇ ਸੱਜੇ ਜਾਂਦਾ ਸੀਗਾ, ਤਾਂ ਇਹ ਉਸਦੀ ਆਵਰਤੀ ਗਤੀ ਹੈ। ਆਵਰਤੀ ਗਤੀ ਭਾਵ ਜਿਹੜੀ ਕੁਝ ਅੰਤਰਾਲ ਬਾਅਦ ਦੁਬਾਰਾ ਫਿਰ ਦੁਹਰਾਈ ਜਾਂਦੀ ਹੈ, ਉਸ ਗਤੀ ਨੂੰ ਆਵਰਤੀ ਗਤੀ ਕਹਿੰਦੇ ਆ। ਜਿਵੇਂ ਆਪਣੇ ਸਕੂਲ ਦੇ ਵਿੱਚ ਹਰ 40 ਮਿੰਟ ਬਾਅਦ ਘੰਟੀ ਵੱਜਦੀ ਹੈ, ਇੱਕ ਆਵਰਤੀ ਗਤੀ ਹੈ। ਸਿਲਾਈ ਮਸ਼ੀਨ ਚੱਲਦੀ ਹੈ, ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹਦਾ ਜਿਹੜਾ ਚੱਕਰਾਕਾਰ ਗਤੀ ਉਸਦਾ ਪਹੀਆ ਕਰਦਾ, ਤਾਂ ਸੂਈ ਜਿਹੜੀ ਹੈਗੀ ਹੈ ਉਹ ਬਾਰ-ਬਾਰ ਕੱਪੜੇ ਵਿੱਚ ਖੁੱਭਦੀ ਹੈ, ਉਹ ਵੀ ਆਵਰਤੀ ਗਤੀ ਹੈ। ਜਿਹੜਾ ਸੂਰਜ ਦੇ ਦੁਆਲੇ ਧਰਤੀ ਦਾ ਗੋਲਾਕਾਰ ਜਿਹੜਾ ਉਸਦਾ ਇੱਕ ਚੱਕਰ ਹੈਗਾ, ਉਹ ਵੀ ਇੱਕ ਖਾਸ ਸਮੇਂ ਬਾਅਦ ਦੁਬਾਰਾ ਫਿਰ ਦੁਹਰਾਇਆ ਜਾਂਦਾ, ਉਹ ਵੀ ਆਵਰਤੀ ਗਤੀ ਆ। ਚੰਦਰਮਾ ਦਾ ਧਰਤੀ ਦੇ ਦੁਆਲੇ ਘੁੰਮਣਾ, ਉਹ ਵੀ ਆਵਰਤੀ ਗਤੀ ਆ। ਭਾਵ ਇਹਨਾਂ ਸਾਰੀਆਂ ਗਤੀਆਂ ਦੇ ਵਿੱਚ ਆਪਾਂ ਕੀ ਦੇਖਿਆ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਬਦਲਾਵ ਹੋ ਰਿਹਾ ਸਥਿਤੀ ਦੇ ਵਿੱਚ, ਚਾਹੇ ਉਹ ਆਪਣੇ ਸਰੀਰ ਦੇ ਵਿੱਚ ਖੂਨ ਦਾ ਵਹਿਣਾ ਹੈਗਾ, ਚਾਹੇ ਉਹ ਪ੍ਰਿਥਵੀ ਦੁਆਲੇ ਚੰਦਰਮਾ ਦਾ ਘੁੰਮਣਾ, ਚਾਹੇ ਪੱਥਰ ਦਾ ਇੱਕ ਸਥਿਤੀ ਤੋਂ ਦੂਸਰੀ ਸਥਿਤੀ 'ਤੇ ਜਾਣਾ, ਚਾਹੇ ਤਿਤਲੀਆਂ ਦਾ ਫੁੱਲਾਂ ਦੇ ਉੱਤੇ ਆਉਣਾ ਅਤੇ ਫਿਰ ਅਗਲੇ ਦਿਨ ਫਿਰ ਉੱਥੇ ਆਉਣਾ। ਇਸ ਤਰ੍ਹਾਂ ਕਰਕੇ ਜਿਹੜੀਆਂ ਗਤੀਆਂ ਬਾਰ-ਬਾਰ ਦੁਹਰਾਈਆਂ ਜਾ ਰਹੀਆਂ, ਇਹਨਾਂ ਵਿੱਚ ਕੁਝ ਗਤੀਆਂ ਇਹੋ ਜਿਹੀਆਂ ਜਿਹੜੀਆਂ ਸਰਲ ਰੇਖੀ ਹੈ, ਕੁਝ ਇਹੋ ਜਿਹੀਆਂ ਜਿਹੜੀਆਂ ਗੋਲਾਕਾਰ ਹੈ, ਅਤੇ ਕੁਝ ਇਹੋ ਜਿਹੀਆਂ ਜਿਹੜੀਆਂ ਆਵਰਤੀ ਗਤੀਆਂ। ਤਾਂ ਗੋਲਾਕਾਰ ਗਤੀ ਚੱਕਰਾਕਾਰ ਪਥ ਦੇ ਵਿੱਚ ਜਿਹੜੀ ਗਤੀ ਕੀਤੀ ਜਾਂਦੀ ਹੈ ਇੱਕ ਨਿਸ਼ਚਿਤ ਬਿੰਦੂ ਤੋਂ ਸ਼ੁਰੂ ਕਰਕੇ, ਉਹ ਗੋਲਾਕਾਰ ਹੈ। ਸਰਲ ਰੇਖੀ ਇੱਕ ਸਰਲ ਰੇਖਾਤਮਕ ਗਤੀ ਨੂੰ ਸਰਲ ਰੇਖੀ ਗਤੀ ਕਹਿੰਦੇ ਆ। ਹੁਣ ਲੰਬਾਈ ਦੀ ਮਾਨਕ ਇਕਾਈ ਕਿਹੜੀ ਹੈਗੀ ਹੈ? ਮੀਟਰ ਹੈ। ਤੋ ਆਵਰਤੀ ਗਤੀ ਜਿਹੜੀ ਬਾਰ-ਬਾਰ ਦੁਹਰਾਈ ਜਾਂਦੀ ਹੈਗੀ ਹੈ। ਤੋ ਇਹ ਆਪਣਾ ਪਾਠ ਹੈਗਾ